एक ही नूर से हुक्म हजूर से सारी सृष्टि साजी, भाई पंडित काजी। एक ही जात है, एक ही जात है, एक ही जात है, एक ही जात है। सत्संग अंदर उस परमात्मा वाहिगुरु अल्लाह राम गॉड दे बारे च दस्या जाता है। हर किसी नूं उस परमात्मा नाल जोड़िया जाता है और किसी नूं भी किसी दा कोई धर्म जात या किसी भी तरह की कोई निंदिया चुगली करना नहीं सिखाया जाता। सत्संग दा आखरी भाव अगर असी कढ़िए तो सच दा संग बनता है। सच वो परमात्मा वो वाहिगुरु अल्लाह राम है जिसदे लखा नाम हैं पर वो ताकत एक है। और संग जिथे उस परमात्मा की चर्चा होवे, जिथे उस मालिक का नाम बिना कुछ लिया बिना किसी तो कुछ इकट्ठा कीतिया उसका नाम लिया जावे और परमात्मा बारे सच की है झूठ की है खोल के दसिया जावे, उसनों सच्चा संग किया जाता है। जिस तरह दुनिया के अंदर बहुत कलपुरजे बनते हैं, मशीनां बनदियां हैं, उन्हां दे कारखाने हैं, पर इंसान नूं इंसानियत का ढंग सिखाया जावे, इंसान नूं इंसानियत का पाठ पढ़ा के वास्तव विच इंसान बनाया जावे, ऐदां दा अगर कोई कारखाना है तो वह सत्संग है। दुनिया के स्कूल कॉलेज जितने भी हैं दुनियावी पढ़ाई लई हैं। असली अगर उद्देश्य उन्हां दा देखिए, मंतव देखिए तो एको ही नज़र आउंदा है, पैसा किस तरीके नाल कमाया जावे, किवें ज़्यादा आ सकता है, की तुसी बन सकते हो, किवें पैसा इकट्ठा हो सकता है। ये ढंग पढ़ाई विच आम सिखाए जाते हैं, पर की इंसान इंसान बनिया रहेगा? कि इंसान की इंसानियत खत्म नहीं होएगी? इंसानियत किसनों किया जाता है और आत्म बल किवें जगाया जाता है, ये बारे शिक्षा अंदर कुछ भी नहीं आता। सो जिथे आत्मा की पढ़ाई होवे, आत्मा की शांति बारे, आत्म बल बारे, आत्मिक संतुष्टि बारे दस्या जाए, उसनों रूहानी स्कूल कॉलेज या सत्संग किया जाता है। जिथे इंसान नूं इंसान नाल जोड़िया जाता है, इंसान नूं परमात्मा नाल जोड़िया जाता है और इंसान नूं बुराइयां तो हटाया जाता है। कि हे इंसान, जिन्ने भी तरह के नशे हैं सब बर्बादी का घर हैं। नशियां विच पाओगे जीवन बर्बाद हो जाएगा, नशियां दे तुसी गुलाम बन जाओगे, नशिया ने तुहानू छड्डना नहीं। एक बार अगर आदि हो गए
ਬੜਾ ਮੁਸ਼ਕਿਲ ਹੋ ਜਾਂਦਾ ਹੈ ਨਸ਼ੇ ਨੂੰ ਛੱਡਣਾ। ਪਰ ਨਸ਼ਾ ਛੁੱਟ ਸਕਦਾ ਹੈ ਅਗਰ ਹੋਰ ਆਤਮਾ ਦਾ ਸਰੀਰ ਦਾ ਨਸ਼ਾ ਮਿਲ ਜਾਵੇ। ਸੋ ਉਹ ਨਸ਼ਾ ਵੀ ਸੱਚੀ ਸਤਸੰਗ ਵਿੱਚੋਂ ਵਾਹਿਗੁਰੂ ਦੇ ਨਾਮ ਦਾ, ਓਮ ਹਰੀ ਅੱਲਾ ਮਾਲਿਕ ਦੀ ਭਗਤੀ ਦਾ ਚੜਾਇਆ ਜਾਂਦਾ ਹੈ, ਦੱਸਿਆ ਜਾਂਦਾ ਹੈ, ਸਿਖਾਇਆ ਜਾਂਦਾ ਹੈ ਕਿ ਭਾਈ ਦੁਨਿਆਵੀ ਨਸ਼ੇ ਤੈਨੂੰ ਛੱਡ ਸਕਦੇ ਹਨ, ਤੂੰ ਉਹਨਾਂ ਤੋਂ ਵੱਖ ਹੋ ਸਕਦਾ ਹੈ ਅਗਰ ਵਾਹਿਗੁਰੂ ਰਾਮ ਦੇ ਨਾਮ ਨਾਲ ਜੁੜ ਜਾਵੇਂ। ਕਿਉਂਕਿ ਪਰਮਾਤਮਾ ਦੇ ਨਾਮ ਵਿੱਚ ਜੋ ਨਸ਼ਾ ਹੈ, ਜੋ ਲੱਜਤ ਹੈ, ਜੋ ਖੁਸ਼ੀ ਹੈ, ਜੋ ਮਸਤੀ ਹੈ, ਉਹ ਦੁਨੀਆ ਦੇ ਕਿਸੇ ਨਸ਼ੇ ਵਿੱਚ ਨਹੀਂ ਹੈ। ਜਿਤਨੇ ਵੀ ਦੁਨੀਆ ਦੇ ਨਸ਼ੇ ਹਨ, ਸਵੇਰੇ ਪੀਓ ਸ਼ਾਮ ਨੂੰ, ਔਰ ਸ਼ਾਮ ਨੂੰ ਪੀਓ ਸਵੇਰੇ, ਉਤਰ ਜਾਂਦੇ ਹਨ। ਬਲਕਿ ਜਾਂਦੇ ਜਾਂਦੇ ਤੁਹਾਡੇ ਸਰੀਰ ਨੂੰ ਅੰਦਰੋਂ ਬਿਲਕੁਲ ਖਾਲੀ ਕਰ ਜਾਂਦੇ ਹਨ, ਖੋਖਲਾ ਕਰ ਜਾਂਦੇ ਹਨ, ਕਮਜ਼ੋਰ ਕਰ ਜਾਂਦੇ ਹਨ। ਇਸ ਲਈ ਸੰਤ ਫਕੀਰ ਸਤਸੰਗ ਲਾਉਂਦੇ ਹਨ ਕਿ ਸਤਸੰਗ ਸੁਣੋ, ਸਤਸੰਗ ਵਿੱਚ ਆ ਕੇ ਬੈਠੋ, ਆਪਣਾ ਧਿਆਨ ਉਸ ਪਰਮਾਤਮਾ ਨਾਲ ਜੋੜੋ, ਮਾਲਕ ਦੀ ਯਾਦ ਨਾਲ ਜੋੜੋ, ਤਾਂ ਤੁਹਾਡੇ ਅੰਦਰ ਜੋ ਐਬ ਹਨ, ਤੁਹਾਡੇ ਅੰਦਰ ਦੇ ਜੋ ਬੁਰੇ ਖਿਆਲ ਹਨ, ਤੁਹਾਡੀਆਂ ਬੁਰੀਆਂ ਸੋਚਾਂ ਹਨ, ਪਰਮਾਤਮਾ ਦੇ ਨਾਮ ਨਾਲ ਕੱਟ ਜਾਣਗੀਆਂ। ਜਿਸ ਤਰ੍ਹਾਂ ਕੱਪੜੇ ਤੇ ਮੈਲ ਲੱਗ ਜਾਂਦੀ ਹੈ, ਸਰੀਰ ਤੇ ਮੈਲ ਲੱਗ ਜਾਂਦੀ ਹੈ, ਸਾਬਣ ਲਾਓ, ਮਲ ਕੇ ਧੋਣ ਵਾਲਾ ਸਹੀ ਹੋਵੇ, ਸਾਬਣ ਸਹੀ ਹੋਵੇ, ਮੈਲ ਉਤਰ ਜਾਂਦੀ ਹੈ। ਪਰ ਆਤਮਾ ਤੇ ਸੰਚਿਤ ਕਰਮਾਂ ਦੀ ਮੈਲ, ਮਨ ਦੀ ਮੈਲ ਜੋ ਲੱਗੀ ਹੋਈ ਹੈ, ਇਹਨੂੰ ਧੋਣ ਲਈ ਅਗਰ ਕੋਈ ਸਾਬਣ ਹੈ ਤਾਂ ਉਹ ਪਰਮਾਤਮਾ ਦਾ ਨਾਮ ਹੈ। ਔਰ ਉਹ ਸਾਬਣ ਕਿਸੇ ਦੁਕਾਨ ਤੋਂ ਮਿਲਦੀ ਹੈ ਤਾਂ ਉਹ ਸਤਸੰਗ ਰੂਪੀ ਦੁਕਾਨ ਹੈ। ਔਰ ਸਭ ਤੋਂ ਹੈਰਾਨੀਜਨਕ ਗੱਲ, ਕੱਪੜੇ ਦੀ ਮੈਲ ਲਾਉਣ ਵਾਸਤੇ, ਸਰੀਰ ਦੀ ਮੈਲ ਲਾਉਣ ਵਾਸਤੇ ਤੁਸੀਂ ਜੋ ਵੀ ਸਾਬਣ ਲਿਆਓਗੇ, ਪਾਊਡਰ ਲਿਆਓਗੇ, ਉਹਦਾ ਪੈਸਾ ਦੇਣਾ ਪੈਂਦਾ ਹੈ। ਪਰ ਆਤਮਾ ਦੀ ਮੈਲ, ਮਨ ਦੀ ਮੈਲ ਲਾਉਣ ਵਾਸਤੇ ਜੋ ਵਾਹਿਗੁਰੂ ਰਾਮ ਦਾ ਨਾਮ ਦਿੱਤਾ ਜਾਂਦਾ ਹੈ, ਉਹ ਅਨਮੋਲ ਹੁੰਦਾ ਹੈ ਔਰ ਫਕੀਰ ਬਿਨਾਂ ਦਾਮ ਦੇ ਦਿੰਦੇ ਹਨ। ਫਿਰ ਵੀ ਲੋਕ ਮਾਲਕ ਦਾ ਨਾਮ ਲੈਣਾ ਪਸੰਦ ਨਹੀਂ ਕਰਦੇ ਔਰ ਪਰੇਸ਼ਾਨੀਆਂ ਅੰਦਰ ਦੁਖੀ ਹੁੰਦੇ ਰਹਿੰਦੇ ਹਨ। ਸੰਗ ਜੈਸਾ ਕਰੋਗੇ ਵੈਸਾ ਰੰਗ ਜ਼ਰੂਰ ਚੜ੍ਹਦਾ ਹੈ। ਬੁਰੇ ਲੋਕਾਂ ਦਾ ਸੰਗ ਕਰਦੇ ਹੋ, ਬੁਰੇ ਖਿਆਲ ਤੁਹਾਡੇ ਅੰਦਰ ਆਉਣਗੇ। ਅੱਛੇ ਲੋਕਾਂ ਦਾ ਸੰਗ ਕਰਦੇ ਹੋ, ਅੱਛੇ ਖਿਆਲ ਆਉਣਗੇ। ਔਰ ਅਗਰ ਸਤਸੰਗ ਕਰਦੇ ਹੋ ਤਾਂ ਤੁਹਾਡਾ ਹਿਰਦਾ ਪਾਕ ਪਵਿੱਤਰ ਹੋਏਗਾ, ਅੰਦਰ ਦੇ ਵਿਚਾਰਾਂ ਤੇ ਤੁਹਾਡਾ ਕਾਬੂ ਆ ਜਾਏਗਾ। ਤੁਸੀਂ ਮਨ ਦੇ ਹੱਥੇ ਗੁੰਮਰਾਹ ਨਹੀਂ ਹੋਵੋਗੇ। ਸਤਸੰਗ ਅੰਦਰ ਜੋ ਨਾਮ ਦੱਸਿਆ ਜਾਂਦਾ ਹੈ, ਪਰਮਾਤਮਾ ਦਾ ਪਾਕ ਪਵਿੱਤਰ ਨਾਮ, ਅਗਰ ਇਨਸਾਨ ਸੱਚੇ ਦਿਲ ਨਾਲ ਉਸ ਦਾ ਜਾਪ ਕਰੇ, ਸੱਚੀ ਤੜਫ ਲਗਨ ਨਾਲ ਪਰਮਾਤਮਾ ਦਾ ਨਾਮ ਲਵੇ, ਤਾਂ ਇਨਸਾਨ ਮਨ ਨਾਲ ਲੜ ਸਕਦਾ ਹੈ, ਆਪਣੇ ਬੁਰੇ ਖਿਆਲਾਂ ਨੂੰ ਦੂਰ ਕਰ ਸਕਦਾ ਹੈ ਔਰ ਆਤਮਾ ਪਵਿੱਤਰ ਹੋ ਕੇ ਮਾਲਕ ਦੇ ਦਰਸ਼ ਦੀਦਾਰ, ਦਇਆ ਮੇ ਰਹਿਮਤ ਦੇ ਲਾਇਕ ਕਾਬਲ ਬਣ ਜਾਂਦੀ ਹੈ। ਨਹੀਂ ਤਾਂ ਦੁਨੀਆ ਵਿੱਚ ਰਹਿੰਦਾ ਹੋਇਆ ਇਨਸਾਨ ਦੁਨਿਆਵੀ ਖਿਆਲਾਂ ਅੰਦਰ, ਬੁਰੇ ਖਿਆਲਾਂ ਅੰਦਰ ਇੰਨਾ ਖੋ ਜਾਂਦਾ ਹੈ, ਇੰਨਾ ਉਹਨਾਂ ਦਾ ਗੁਲਾਮ ਹੋ ਜਾਂਦਾ ਹੈ ਕਿ ਉਸ ਨੂੰ ਸੱਚ ਦੀ ਸਮਝ ਨਹੀਂ ਰਹਿੰਦੀ। ਜੀਵਨ ਵਿੱਚ ਪਰੇਸ਼ਾਨੀਆਂ, ਮੁਸੀਬਤਾਂ ਜਦ ਆਉਂਦੀਆਂ ਹਨ, ਇਨਸਾਨ ਹਾਰ ਜਾਂਦਾ ਹੈ, ਇੱਕ ਤਰ੍ਹਾਂ ਟੁੱਟ ਜਾਂਦਾ ਹੈ। ਪਰ ਉਸ ਸਮੇਂ ਪਰਮਾਤਮਾ ਦਾ ਨਾਮ ਕੋਲ ਹੈ, ਉਸ ਦੀ ਅਗਰ ਭਗਤੀ ਕਰੋ, ਉਸ ਨੂੰ ਯਾਦ ਕਰੋ, ਤਾਂ ਪਰਮਾਤਮਾ ਡਿੱਗੇ ਹੋਇਆਂ ਨੂੰ ਉਠਾ ਲੈਂਦਾ ਹੈ, ਗਿਰਦੇ ਹੋਇਆਂ ਨੂੰ ਸੰਭਾਲ ਲੈਂਦਾ ਹੈ।
ਰਸਤੇ ਤੇ ਚੱਲਣ ਵਾਲਿਆਂ ਦਾ ਮਾਰਗ ਸਹੀ ਕਰ ਦਿੰਦਾ ਹੈ, ਡਗਮਗਾਉਣ ਨਹੀਂ ਦਿੰਦਾ। ਜਿੱਦਾਂ ਕੋਈ ਕਿਸ਼ਤੀ ਹੈ, ਉਹ ਸਾਗਰ ਦੇ ਵਿੱਚ ਚਲੀ ਜਾਂਦੀ ਹੈ ਔਰ ਉਸ ਦਾ ਮਲਾਹ ਨਾ ਹੋਵੇ, ਉਹ ਕਿਸ਼ਤੀ ਡਗਮਗਾਉਂਦੀ ਹੈ ਔਰ ਇੱਕ ਦਿਨ ਜ਼ਰੂਰ ਡੁੱਬ ਜਾਂਦੀ ਹੈ ਕੁਝ ਸਮੇਂ ਬਾਅਦ, क्योंकि ना चप्पू है ना ही मलाह है। अगर चप्पू होवे, मलाह होवे, परमात्मा साथ देवे तो जरूर किश्ती नूं किनारे ले जाता है। उसे तरह ये संसार भी एक सागर है जिस दे अंदर काम वासना, क्रोध, लोभ, मोह, अहंकार, मन, माया ये तूफान उठ रहे हैं। कोई विषय विकारां दा भुखा है, कोई लोभ लालच दा अन्ना है। वो परवाह नहीं करता कि कोई तड़फदा है, बेचैन हुंदा है, पर उसका कम अपना उल्लू सीधा करना हुंदा है, उसका कम पैसा इकट्ठा करना हुंदा है। इसे तरह मोह ममता है, ये भी एक इदां दा जाल है जो दिखण विच नहीं आउंदा, दिसदा नहीं, पर इंसान नूं बुरी तरह नाल जकड़ी रखदा है। मोह ममता विच लोग फस के परमात्मा तो बहुत दूर हो जाते हैं। फिर अहंकार है। अहंकार बहुत तरह का हुंदा है। किसी नूं उच्ची जात दा, किसी नूं बड़े धर्म दा, किसी नूं अपनी पढ़ाई दा, किसी नूं माया दा, किसी नूं अपनी अकल चतुराई दा। सो ये अहंकार जिसनूं भी आउंदा है वो ठोकर जरूर खांदा है। सो इन्ने बुरी तरह नाल फसे हुए इंसान नूं इन्हां तूफानां विच फसी हुई जिंदगी रूपी नैया नाव नूं अगर कोई पार कर सकता है तो परमात्मा दा नाम है। वही चप्पू है, वही मलाह है। कोई सच्चे हिरदे नाल उसका जाप करे। पर मालिक दी याद तदे ताजा हुंदी है अगर इंसान सत्संग करे। दुनिया दा संग करता है, दुनिया दा रंग चढ़ता है। जैसियां गल्लां दुनिया विच चलदियां हन, झूठ, फरेब, चुगली, निंदा, एक दूजे दी लत खिंचणी, एक दूजे नूं अगे वधदा देख के ईर्ष्या, नफरत अज दे संसार विच आम है। कोई किसी नूं ढंग नाल रोटी खांदा देख के खुश नहीं हुंदा, बल्कि यही सोचता है कि ये इन्ना अच्छा किवें हो गया, परमात्मा दी याद करके बर्बाद होने तो क्यों बच गया। इदां दे सोचां वाले लोग इस संसार अंदर बढ़ते जा रहे हैं। उन्हां दा यही कम है कि किवें ना किवें अगे बढ़दे इंसान नूं रोकिया जाए, किवें ना किवें मालिक दी याद करन वाले नूं रोकिया जाए। हालांकि रोकण नाल उन्हां नूं कुछ मिलदा नहीं, पर जिन्हां दा काम ही ये हो जाता है कि परमात्मा दे नां तो चिड़ना, मालिक दी याद तो ईर्ष्या करना, परमात्मा तो मुनकर हो जाना, ऐसे लोग संसार अंदर बहुत हैं। सो ऐसे इंसान जद एक सत्संगी दा, परमात्मा नूं याद करने वाले दा रास्ता रोकते हैं तो दीनता नम्रता नाल कन्नी कतरा जाता है। क्योंकि सच दा मार्ग, परमात्मा दे नाम दा मार्ग प्रेम दा मार्ग है, प्रेम दा रास्ता है। प्रेम दे मार्ग ते चलदियां होया, प्रेम दे रस्ते ते चलदियां होया कदे भी कोई औकड़ आउंदी है, कदे भी कोई परेशानी आउंदी है, तो परमात्मा दे नाम नाल, प्रेम नाल ही वो दूर हुंदी है। कदे अगर कोई अहंकार
ਜਾਂ ਬੁਰੇ ਖਿਆਲ ਅੰਦਰ ਵਸਾ ਲੈਂਦਾ ਹੈ ਤਾਂ ਉਹ ਔਕੜ ਵੱਧਦੀ ਹੈ, ਘਟਦੀ ਨਹੀਂ। ਸੋ ਮਾਲਕ ਦੇ ਰਸਤੇ ਤੇ ਚੱਲਣ ਵਾਲੇ ਸਤਸੰਗ ਜ਼ਰੂਰ ਕਰਦੇ ਹਨ, ਕਿਉਂਕਿ ਉਹਨਾਂ ਨੂੰ ਉਹ ਖੁਰਾਕ ਮਿਲਦੀ ਹੈ ਜੋ ਉਹਨਾਂ ਨੂੰ ਭਲਾਈ ਦੇ, ਨੇਕੀ ਦੇ ਰਸਤੇ ਤੇ ਅੱਗੇ ਲੈ ਜਾਂਦੀ ਹੈ। ਦੁਨੀਆ ਵਿੱਚ ਜਿੱਦਾਂ ਦਾ ਸੰਗ ਇਨਸਾਨ ਕਰਦਾ ਹੈ, ਉਹ ਰੰਗ ਤਾਂ ਚੜ੍ਹਨਾ ਹੀ ਹੈ। ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਪਕੜਦਾ ਹੈ, ਇਹ ਕਹਾਵਤ ਮਸ਼ਹੂਰ ਹੈ। ਉਸੇ ਤਰ੍ਹਾਂ ਜਿੱਦਾਂ ਦਾ ਸੰਗ ਤੁਸੀਂ ਕਰੋਗੇ, ਅਗਰ ਕਿਸੇ ਨਸ਼ੇੜੀ ਦਾ ਸੰਗ ਕਰਦੇ ਹੋ, ਨਸ਼ਾ ਕਰਨ ਵਾਲੇ ਦਾ ਸੰਗ ਕਰਦੇ ਹੋ, ਉਹ ਤੁਹਾਨੂੰ ਨਸ਼ੇ ਦੇ ਗੁਣਗਾਨ ਗਾਏਗਾ, ਨਸ਼ੇ ਦੀ ਚਰਚਾ ਕਰੇਗਾ ਕਿ ਨਸ਼ਾ ਕਰੋ, ਤੁਹਾਡਾ ਦਿਲ ਵੱਡਾ ਹੋ ਜਾਣਾ ਹੈ, ਤੁਹਾਡਾ ਡਰ ਖਤਮ ਹੋ ਜਾਣਾ ਹੈ। ਪਰ ਕਦੇ ਉਹ ਨਹੀਂ ਦੱਸਦੇ ਕਿ ਨਸ਼ਾ ਕਰਨ ਨਾਲ ਸਰੀਰ ਔਰ ਘਰ-ਬਾਰ ਤਬਾਹ ਹੋ ਜਾਣਾ, ਕਿਉਂਕਿ ਇਦਾਂ ਦੱਸਣ ਤਾਂ ਉਹਨਾਂ ਦੇ ਸਾਥੀ ਘਟ ਸਕਦੇ ਹਨ। ਇਸ ਲਈ ਉਹ ਤਾਂ ਨਸ਼ੇ ਦੀ ਵਡਿਆਈ ਕਰਦੇ ਹਨ। ਜੂਏ ਦੇ ਖੇਲਣ ਵਾਲੇ ਕੋਲ ਚਲੇ ਜਾਓ, ਉਹ ਤੁਹਾਨੂੰ ਦੱਸਦਾ ਹੈ ਕਿਵੇਂ ਨੋਟ ਦੁੱਗਣੇ ਕੀਤੇ ਜਾ ਸਕਦੇ ਹਨ, ਕਿਵੇਂ ਪੱਤੇ ਲਾਏ ਜਾ ਸਕਦੇ ਹਨ, ਕਿਵੇਂ ਤੁਸੀਂ ਪੈਸਾ ਕਮਾ ਸਕਦੇ ਹੋ। ਪਰ ਉਹ ਕਦੇ ਨਹੀਂ ਦੱਸਦਾ ਕਿ ਜੂਏ ਖੇਲਣ ਵਾਲਿਆਂ ਦੇ ਘਰ-ਬਾਰ ਵਿਕ ਜਾਂਦੇ ਹਨ, ਉਹ ਆਪ ਵਿਕ ਜਾਂਦੇ ਹਨ। ਮਹਾਭਾਰਤ ਦਾ ਇੱਕ ਕਾਰਨ ਜੂਆ ਵੀ ਸੀ। ਸੋ ਇਹ ਕਦੇ ਕੋਈ ਨਹੀਂ ਦੱਸਦਾ, ਪਰ ਇਹ ਸੱਚ ਹੈ। ਅਗਰ ਬੁਰਾ ਸੰਗ ਕਰੋਗੇ, ਤੁਹਾਡੀ ਜ਼ਿੰਦਗੀ ਦੀਆਂ ਖੁਸ਼ੀਆਂ, ਬਹਾਰਾਂ ਜਲ ਕੇ ਰਾਖ ਹੋ ਜਾਣਗੀਆਂ। ਔਰ ਅਗਰ ਭਲਾ ਸੰਗ ਕਰੋਗੇ, ਅੱਛਾ ਨੇਕ ਸੰਗ ਕਰੋਗੇ, ਤਾਂ ਤੁਹਾਡੇ ਅੰਦਰ ਮਾਲਕ ਦੀ ਯਾਦ ਤਾਂ ਆਏਗੀ, ਬਲਕਿ ਪਰਮਾਤਮਾ ਦੇ ਨਾਂ ਦੀਆਂ ਬਹਾਰਾਂ ਖਿੜ ਜਾਣਗੀਆਂ। ਸੋ ਮਾਲਕ ਦਾ ਨਾਮ, ਪਰਮਾਤਮਾ ਦਾ ਨਾਮ ਸਤਸੰਗ ਵਿੱਚ ਦੱਸਿਆ ਜਾਂਦਾ ਹੈ। ਜੋ ਜੀਵ ਸਤਸੰਗ ਕਰਦੇ ਹਨ, ਉਹਨਾਂ ਦੇ ਹਿਰਦੇ ਪਰਮਾਤਮਾ ਦੀ ਯਾਦ ਲਈ ਜ਼ਰੂਰ ਪਵਿੱਤਰ ਹੁੰਦੇ ਹਨ। ਸਤਸੰਗ ਇਦਾਂ ਦਾ ਇਲਾਜ ਹੈ ਜਿਹਦੇ ਨਾਲ ਆਤਮਿਕ ਰੋਗ ਕੱਟੇ ਜਾਂਦੇ ਹਨ। ਸਤਸੰਗ ਇਦਾਂ ਦਾ ਖੁਰਾਕ ਹੈ ਜਿੱਥੇ ਆਤਮਾ ਦੀ ਖੁਰਾਕ ਮਿਲਦੀ ਹੈ। ਆਤਮ ਬਲ, ਆਤਮਿਕ ਸੰਤੁਸ਼ਟੀ, ਆਤਮਿਕ ਸੰਤੋਸ਼ ਵੱਧ ਜਾਂਦਾ ਹੈ। ਬਰਦਾਸ਼ਤ ਸ਼ਕਤੀ ਵੱਧਦੀ ਹੈ ਇਨਸਾਨ ਦੀ, ਔਰ ਜਿਸ ਦੇ ਅੰਦਰ ਬਰਦਾਸ਼ਤ ਸ਼ਕਤੀ ਹੈ वही सुखी है। जिस दे अंदर संतोख तन है वही धनवान है। जिस दे अंदर संतोख नहीं, जिस दे अंदर संतुष्टि नहीं, वो कंगाल है। पर यह संतोख धन जिहड़ा है परमात्मा दे नाम तो बिना किधरे नहीं मिलता। मालिक दी याद करन नाल, उसदा नाम जपण नाल ही आत्म बल मिलता है, संतोष आउंदा है, संतुष्टि आउंदी है, और इंसान परमात्मा दे दया में रहमत दे लायक बनता चलिया जाता है। सो सत्संग जरूर करो। और संतां दा सत्संग करन दा मतलब कोई पैसा इकट्ठा करना नहीं, कोई अपनी वाह वाह करवाना नहीं हुंदा, बल्कि जितने भी संसारिक जीव हैं, जिन्नी भी परमात्मा की सृष्टि है, उसका भला होवे, उन्होंने सुख मिले, और हर इंसान अपने वाहिगुरु राम अल्लाह नाल जुड़ के सच्चा आनंद ले सके, सच्चा सुख ले सके। इसलिए संत सत्संग करते हैं, इसलिए लोगों को बुलाते हैं कि आओ सत्संग सुनो। सत्संग सुनोगे, अमल करोगे, तो आनू लाजमी सुख मिलना है। अज दा इंसान ये जरूर चाहता है कि उन्होंने अंदरों बाहरों तंदुरुस्ती मिले, सच्चा सुख मिले, और दोनों जहाना दियां खुशियां मिलन। और इन्हां नूं पाउण वास्ते इंसान दा तरीका गलत हुंदा जा रहा है। इंसान सोचता है सच्चा सुख पैसे नाल इकट्ठा हो सकता है, सच्चा सुख
ਕੋਠੀਆਂ ਬੰਗਲੇ ਬਗੀਚੇ ਲਾਉਣ ਨਾਲ ਹੀ ਮਿਲ ਸਕਦਾ ਹੈ। ਇਹ ਇਨਸਾਨ ਦਾ ਭਰਮ ਹੈ। ਬਹੁਤ ਧਨਾੜ ਲੋਕ ਦੇਖੇ ਹਨ, ਬਹੁਤ ਅਮੀਰ ਦੇਖੇ ਹਨ, ਪਰ ਉਹ ਰੋਂਦੇ ਨਜ਼ਰ ਆਉਂਦੇ ਹਨ, ਬੇਚੈਨ ਨਜ਼ਰ ਆਉਂਦੇ ਹਨ। ਪੈਸੇ ਨਾਲ ਕਿਸੇ ਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ, ਪੈਸੇ ਨਾਲ ਅੰਦਰ ਦਾ ਸੁਖ ਨਹੀਂ ਮਿਲਦਾ, ਬਲਕਿ ਜਿੰਨਾ ਕੋਈ ਇਹਦਾ ਬਣਦਾ ਜਾਂਦਾ ਹੈ ਉਨੀ ਹੀ ਲਾਲਸਾ, ਤਮੰਨਾ, ਇੱਛਾ ਇਨਸਾਨ ਦੀ ਵੱਧਦੀ ਜਾਂਦੀ ਹੈ। ਜਿੰਨਾ ਪੈਸਾ ਪਾਸ ਹੁੰਦਾ ਹੈ, ਜਦ ਇਨਸਾਨ ਦੀ ਲਲਚਾਈ ਨਜ਼ਰ ਉਸ ਤੇ ਪੈਂਦੀ ਹੈ, ਪੈਸਾ ਬਣ ਜਾਂਦਾ ਹੈ, ਪਰ ਇਹ ਨਹੀਂ ਕਿ ਉਹਦੇ ਨਾਲ ਉਸ ਨੂੰ ਸੰਤੁਸ਼ਟੀ ਆ ਜਾਵੇ। ਉਹਦਾ ਦਿਲ ਹੋਰ ਇਕੱਠਾ ਕਰਨ ਨੂੰ ਕਰਦਾ ਹੈ। ਜੋ ਪਾਸ ਹੁੰਦਾ ਹੈ ਉਸ ਦਾ ਸੁਖ ਨਹੀਂ, ਜੋ ਪਾਸ ਨਹੀਂ ਹੈ ਉਹਦਾ ਦੁੱਖ, ਉਹਦੀ ਗਮ, ਉਹਦੀ ਚਿੰਤਾ ਇਨਸਾਨ ਨੂੰ ਸਤਾਉਣੀ ਸ਼ੁਰੂ ਹੋ ਜਾਂਦੀ ਹੈ। ਬਹੁਤ ਲੋਕਾਂ ਕੋਲ ਖਾਣ ਪੀਣ ਦਾ ਸਮਾਨ ਹੁੰਦਾ ਹੈ, ਪਹਿਨਣ ਦਾ ਸਮਾਨ ਹੁੰਦਾ ਹੈ, ਅੱਛਾ ਘਰ-ਬਾਰ ਹੁੰਦਾ ਹੈ, ਕਮਾਈ ਕਰਦੇ ਹਨ, ਅੱਛਾ ਪੈਸਾ ਵੀ ਆਉਂਦਾ ਹੈ, ਪਰ ਫਿਰ ਵੀ ਤਮੰਨਾ ਨਹੀਂ ਭਰਦੀ, ਫਿਰ ਵੀ ਦਿਲ ਨਹੀਂ ਭਰਦਾ। ਅੰਦਰ ਦੀ ਸੋਚ, ਅਸੰਤੁਸ਼ਟੀ ਇਨਸਾਨ ਨੂੰ ਬੇਚੈਨ ਕਰੀ ਰੱਖਦੀ ਹੈ। ਹੋਰ ਪਾਉਣ ਦੀ ਤਮੰਨਾ 'ਚ ਜੋ ਕੋਲੇ ਹੁੰਦਾ ਉਹਦਾ ਸੁਖ ਨਹੀਂ ਮਿਲਦਾ। ਇਹੀ ਸਤਸੰਗ ਵਿੱਚ ਆ ਕੇ ਇਨਸਾਨ ਨੂੰ ਸੋਝੀ ਆਉਂਦੀ ਹੈ ਕਿ ਜੋ ਤੇਰੇ ਪਾਸ ਹੈ ਉਸ ਪਰਮਾਤਮਾ ਦਾ ਸ਼ੁਕਰ ਮਨਾ, ਜੋ ਤੇਰੇ ਕੋਲ ਨਹੀਂ ਹੈ ਉਸ ਦੇ ਲਈ ਨਾਜਾਇਜ਼ ਤਰੀਕੇ ਨਹੀਂ, ਜਾਇਜ਼ ਤਰੀਕੇ ਰਾਹੀਂ ਕਰਮ ਕਰ, ਪਰਮਾਤਮਾ ਦਾ ਨਾਮ ਜਪਦਾ ਰਹੇ, ਦਸਾਂ ਨੋਹਾਂ ਦੀ ਕਿਰਤ ਕਮਾਈ, ਮਿਹਨਤ ਹੱਕ ਹਲਾਲ ਦੀ ਰੋਜੀ ਰੋਟੀ ਖਾਂਦਾ ਰਹੇ। ਇਦਾਂ ਦੀ ਰੋਜੀ ਰੋਟੀ ਚਿਹਰੇ ਤੇ ਨੂਰ ਲਿਆਉਂਦੀ ਹੈ, ਅੰਦਰ ਸਰੂਰ ਪੈਦਾ ਕਰਦੀ ਹੈ। ਪਰ ਇਹ ਗੱਲ ਸਤਸੰਗ 'ਚ ਆ ਕੇ ਸਮਝ ਆਉਂਦੀ ਹੈ, ਬਾਹਰ ਕੋਈ ਨਹੀਂ ਸਮਝਾਉਂਦਾ। ਬਾਹਰ ਤਾਂ ਇਹੀ ਦੱਸਿਆ ਜਾਂਦਾ ਹੈ ਕਿ ਸਭ ਕੁਝ ਪੈਸੇ ਦਾ ਹੈ, ਪੈਸਾ ਦਿਓ, ਕਮਾਈ ਕਰੋ ਔਰ ਸਾਨੂੰ ਚੜਾਓ, ਮਾਲਕ ਤੁਹਾਡਾ ਭਲਾ ਕਰੇਗਾ। ਜਦ ਇਨਸਾਨ ਇਹ ਦੇਖਦਾ ਹੈ ਤਾਂ ਇਨਸਾਨ ਦੇ ਅੰਦਰ ਜੋ ਬੁੱਧੀਜੀਵੀ ਜੀਵ ਹਨ, ਇਹ ਖਿਆਲ ਜ਼ਰੂਰ ਆਉਂਦਾ ਹੈ ਕਿ ਪੈਸਾ ਪਰਮਾਤਮਾ ਨਾਲੋਂ ਵੱਡਾ ਹੈ, ਕਿ ਪੈਸਾ ਹੀ ਇੱਕ ਤਰੀਕਾ ਹੈ ਜਿਹਦੇ ਨਾਲ ਮਾਲਕ ਖੁਸ਼ ਹੋਏਗਾ। ਨਹੀਂ, ਇਹ ਭਰਮ ਹੈ, ਸਹੀ ਸੋਚ ਨਹੀਂ ਹੈ। ਪਰਮਾਤਮਾ ਨੂੰ ਖੁਸ਼ ਕਰਨ ਲਈ ਤੁਹਾਡੇ ਅੰਦਰ ਦੀ ਭਾਵਨਾ ਜ਼ਰੂਰੀ ਹੈ, ਤੁਹਾਡੇ ਅੰਦਰ ਦੇ ਵਿਚਾਰ ਜ਼ਰੂਰੀ ਹੈ। ਜਦ ਤੱਕ ਅੰਦਰ ਦੀ ਭਾਵਨਾ ਪਵਿੱਤਰ ਨਹੀਂ ਹੁੰਦੀ, ਜਦ ਤੱਕ ਅੰਦਰ ਦੇ ਵਿਚਾਰ ਸਾਫ਼ ਨਹੀਂ ਹੁੰਦੇ, ਪਵਿੱਤਰ ਨਹੀਂ ਹੁੰਦੇ, ਪਰਮਾਤਮਾ ਦੀ ਦਇਆ ਮਿਹਰ ਨਹੀਂ ਬਰਸਦੀ। ਜ਼ੁਬਾਨ ਤੇ ਕਿੰਨਾ ਵੀ ਤੁਸੀਂ ਮਾਲਕ ਦਾ ਨਾਮ ਲੈਂਦੇ ਹੋ, ਪਰ ਅੰਦਰ ਤੁਹਾਡੇ ਖੋਟ ਹੈ, ਅੰਦਰ ਤੁਹਾਡੇ ਬੁਰੀ ਸੋਚ ਹੈ। ਦਿਖਣ ਵਿੱਚ ਤੁਸੀਂ ਭਗਤ ਨਜ਼ਰ ਆਉਂਦੇ ਹੋ, ਪਰ ਅੰਦਰ ਬੁਰਾਈਆਂ ਨਾਲ ਭਰੇ ਪਏ ਹੋ, ਬੁਰੇ ਖਿਆਲ ਤੁਹਾਡੇ ਅੰਦਰ ਚੱਲਦੇ ਰਹਿੰਦੇ ਹਨ। ਫਿਰ ਤੁਸੀਂ ਕਿੱਦਾਂ ਉਮੀਦ ਕਰਦੇ ਹੋ, ਕਿਸ ਤਰ੍ਹਾਂ ਉਮੀਦ ਕਰਦੇ ਹੋ ਕਿ ਪਰਮਾਤਮਾ ਦੀ ਦਇਆ ਮਿਹਰ ਤੁਹਾਡੇ ਤੇ ਵਰਸੇਗੀ? ਕਿਉਂਕਿ ਉਹ ਤਾਂ ਅੰਦਰ ਬਾਹਰ ਦਾ ਜਾਣਕਾਰ ਹੈ, ਉਹ ਅਣਜਾਣ ਨਹੀਂ। ਬੰਦੇ ਨੂੰ ਭੁਲੇਖਾ ਪਾਇਆ ਜਾ ਸਕਦਾ ਹੈ, ਝਾਸਾ ਦਿੱਤਾ ਜਾ ਸਕਦਾ ਹੈ, ਪਰ ਉਹ ਪਰਮਾਤਮਾ ਤਾਂ ਕਣ ਕਣ ਵਿੱਚ ਹੈ, ਜਰਰੇ ਜਰਰੇ ਵਿੱਚ ਹੈ, ਹਰ ਕਿਸੇ ਦੇ ਅੰਦਰ ਹੈ। ਉਸ ਤੋਂ ਕਿੱਦਾਂ ਛੁਪਾਓਗੇ? ਉਹ ਤਾਂ ਤੁਹਾਡੇ ਹਰ ਖਿਆਲ ਨੂੰ ਜਾਣਦਾ ਹੈ, ਤੁਹਾਡੀ ਹਰ ਸੋਚ ਨੂੰ ਜਾਣਦਾ ਹੈ, ਹਰ ਵਿਚਾਰ ਨੂੰ ਜਾਣਦਾ ਹੈ। ਇਸ ਲਈ ਤੁਸੀਂ ਅੰਦਰੋਂ ਬਾਹਰੋਂ ਇੱਕ ਬਣੋ, ਅੰਦਰੋਂ ਵੀ ਦੂਜਿਆਂ ਲਈ ਭਲਾ ਹੋਵੇ, ਅੱਛੇ ਵਿਚਾਰ ਹੋਣ, ਪਰਮਾਤਮਾ ਦੀ ਯਾਦ ਹੋਵੇ, ਔਰ ਖਿਆਲਾਂ 'ਚ ਵੀ, ਜ਼ੁਬਾਨ ਤੇ ਵੀ ਮਾਲਕ ਦੀ ਚਰਚਾ ਹੋਵੇ, ਮਿਠਾਸ ਹੋਵੇ। ਅੰਦਰੋਂ ਬਾਹਰੋਂ ਇੱਕ ਨੇਕ ਬਣ ਜਾਓ, ਭਲੇ ਬਣ ਜਾਓ, ਤਾਂ ਮਾਲਕ ਦੀ ਦਇਆ ਮੇਰ ਰਹਿਮਤ ਜ਼ਰੂਰ ਵਰਸਦੀ ਹੈ, ਜ਼ਰੂਰ ਤੁਸੀਂ ਉਹਦੇ ਰਹਿਮਤ ਦੇ ਕਾਬਿਲ ਬਣ ਜਾਂਦੇ ਹੋ। ਪਰ ਇਹਦੇ ਬਣਨ ਲਈ ਤੁਹਾਨੂੰ ਖੁਦ ਮਿਹਨਤ ਕਰਨੀ ਪਏਗੀ,
ਆਪਣੇ ਅੰਦਰ ਦੇ ਦੁੱਖ ਪਰੇਸ਼ਾਨੀਆਂ ਦੂਰ ਕਰਨ ਲਈ ਤੁਹਾਨੂੰ ਸੁਮਰਨ ਕਰਨਾ ਪਏਗਾ, ਮਾਲਕ ਦੇ ਨਾਮ ਦਾ ਸਿਮਰਨ ਕਰਨਾ ਹੋਏਗਾ। ਔਰ ਉਹ ਪਰਮਾਤਮਾ ਦਾ ਨਾਮ ਸਤਸੰਗ ਵਿੱਚੋਂ ਮਿਲਦਾ ਹੈ। ਜੋ ਵੀ ਇਨਸਾਨ ਨਾਮ ਲੈ ਕੇ ਉਸ ਦਾ ਸਿਮਰਨ ਕਰਦਾ ਹੈ, ਬਚਨਾਂ ਤੇ ਸਹੀ ਰਹਿੰਦਾ ਹੈ, ਸੱਚੀ ਤੜਫ ਨਾਲ ਮਾਲਕ ਦੀ ਯਾਦ 'ਚ ਲੱਗਦਾ ਹੈ, ਉਹ ਪਰਮਾਤਮਾ ਉਸ ਤੇ ਆਪਣੀ ਦਇਆ ਮਿਹਰ ਜ਼ਰੂਰ ਬਰਸਾਉਂਦਾ ਹੈ। एक ही नूर से हुक्म हजूर से सारी सृष्टि साजी, भाई पंडित काजी एक ही जात है, एक ही जात है, एक ही जात है, एक ही जात